ਹੈਲੋ ਬੇਟੇ, ਆਪਾਂ ਸੈਕੰਡ ਚੈਪਟਰ ਦਾ ਸਟਰਕਚਰ ਆਫ ਐਟਮ ਦੇ ਵਿੱਚ ਪੜ੍ਹਿਆ ਸੀਗਾ ਕਿ ਐਟਮ ਸਬ ਐਟੋਮਿਕ ਪਾਰਟੀਕਲਸ ਪ੍ਰੋਟੋਨ, ਇਲੈਕਟ੍ਰੋਨ ਅਤੇ ਨਿਊਟਰੋਨ ਦਾ ਬਣਿਆ ਹੁੰਦਾ ਅਤੇ ਇਹ ਇਲੈਕਟ੍ਰੋਨਸ ਦਾ ਅਰੇਂਜਮੈਂਟ ਪੜ੍ਹਿਆ ਸੀ। ਇਲੈਕਟ੍ਰੋਨ ਦੀ ਕਨਫੀਗਰੇਸ਼ਨ ਤੁਹਾਨੂੰ ਮੈਂ ਦੱਸੀ ਸੀ ਕਿੱਦਾਂ ਲਿਖਦੇ ਹਾਂ। ਤਾਂ ਆਪਣੇ ਕੋਲ ਜਦੋਂ ਇਲੈਕਟ੍ਰੋਨ ਦੀ ਕਨਫੀਗਰੇਸ਼ਨ ਲਿਖਦੇ ਹਾਂ, ਫਿਰ ਆਪਾਂ ਥਰਡ ਚੈਪਟਰ ਦੇ ਵਿੱਚ ਆਪਾਂ ਅਰੇਂਜਮੈਂਟ ਆਫ ਐਲੀਮੈਂਟਸ ਕੀਤਾ ਸੀਗਾ। ਅਤੇ ਲਾਸਟ ਆਪਣੇ ਕੋਲ ਜਿਹੜਾ ਗਰੁੱਪ ਹੈਗਾ ਉਹ ਨੋਬਲ ਗੈਸਿਸ ਦਾ। ਨੋਬਲ ਗੈਸਿਸ ਦਾ ਮਤਲਬ ਕੰਪਲੀਟ ਸ਼ੈੱਲ, ਉਹਨਾਂ ਦਾ ਆਊਟਰ ਮੋਸਟ ਸ਼ੈੱਲ ਕੰਪਲੀਟ ਹੈ। 8 ਇਲੈਕਟ੍ਰੋਨਸ ਆ ਉਹਨਾਂ ਦੇ ਆਊਟਰ ਮੋਸਟ ਸ਼ੈੱਲ ਦੇ ਵਿੱਚ। ਤਾਂ 8 ਇਲੈਕਟ੍ਰੋਨਸ NS2 NP6 ਉਹਨਾਂ ਦੀ ਕਨਫੀਗਰੇਸ਼ਨ ਹੈਗੀ ਹੈ। ਹੁਣ ਆਪਣੇ ਫੋਰਥ ਚੈਪਟਰ ਦੇ ਵਿੱਚ ਮੈਂ ਤੁਹਾਨੂੰ ਕਰਾ ਰਹੀ ਹਾਂ ਕੈਮੀਕਲ ਬੌਂਡਿੰਗ, ਅਤੇ ਕਿ ਐਟਮਸ ਆਪਸ ਵਿੱਚ ਬੌਂਡ ਕਿਉਂ ਬਣਾਉਂਦੇ ਆ। ਠੀਕ ਹੈ, ਤਾਂ ਐਟਮ ਕਿਉਂ ਬੌਂਡ ਬਣਾਉਂਦੇ ਹੈ। ਸਭ ਤੋਂ ਫਸਟ ਕੀ ਹੈਗਾ ਕਿ ਹਰੇਕ ਐਲੀਮੈਂਟ ਦੇ ਐਟਮ ਦੀ ਟੈਂਡੈਂਸੀ ਹੁੰਦੀ ਹੈ ਟੂ ਅਕਵਾਇਰ ਨੋਬਲ ਗੈਸ ਕਨਫੀਗਰੇਸ਼ਨ ਔਰ ਓਕਟੇਟ ਰੂਲ, ਕਿ ਉਹ ਆਪਣੇ ਕਨਫੀਗਰੇਸ਼ਨ ਨੂੰ ਨੋਬਲ ਗੈਸ ਵਰਗੀ ਬਣਾਉਣਾ ਚਾਹੁੰਦੇ ਹੈ ਕਿ ਨਾ ਤਾਂ ਕੋਈ ਇਲੈਕਟ੍ਰੋਨ ਦੇਣਾ ਪਵੇ, ਨਾ ਕੋਈ ਇਲੈਕਟ੍ਰੋਨ ਲੈਣਾ ਪਵੇ। ਠੀਕ ਹੈ, ਤਾਂ ਫਿਰ ਜੇ ਉਹਨਾਂ ਕੋਲ ਆਊਟਰ ਮੋਸਟ ਸ਼ੈੱਲ ਦੇ ਵਿੱਚ 1 ਜਾਂ 2 ਇਲੈਕਟ੍ਰੋਨ ਹੈਗੇ ਤਾਂ ਉਹ ਲੂਜ਼ ਕਰਨਗੇ। ਜੇ ਉਹਨਾਂ ਦੇ ਕੋਲ ਘੱਟ 1 ਜਾਂ 2 ਇਲੈਕਟ੍ਰੋਨ ਤਾਂ ਉਹ ਗੇਨ ਕਰਨਗੇ। ਸੋ ਦੇ ਆਰ ਰਿਐਕਟਿਵ ਐਂਡ ਕੰਬਾਈਨ ਵਿਦ ਅਦਰ ਐਟਮਸ। ਦੇ ਵਾਂਟ ਟੂ ਅਕਵਾਇਰ 8 electrons in the outermost shell, that is called octet rule. Octet rule ਕੀ ਹੈਗਾ? The principle of attaining maximum of 8 electrons in the valence shell of atom is called octet rule. ਫਸਟ ਤਾਂ ਇਹ ਰੀਜ਼ਨ ਹੋ ਗਿਆ ਕਿ ਐਟਮਸ ਕੰਬਾਈਨ ਕਰਕੇ ਮੋਲੀਕਿਊਲ ਕਿਉਂ ਬਣਾਉਂਦੇ ਆ। ਸੈਕਿੰਡ ਰੀਜ਼ਨ ਕੀ ਹੈਗਾ? ਟੈਂਡੈਂਸੀ ਟੂ ਅਕਵਾਇਰ ਮਿਨੀਮਮ ਐਨਰਜੀ ਐਂਡ ਸਟੇਬਿਲਿਟੀ, ਕਿ ਇਲੈਕਟ੍ਰੋਨ ਜਿਹੜੇ ਐਟਮਸ ਹੈ ਉਹ ਕੀ ਚਾਹੁੰਦੇ ਆ ਕਿ ਉਹਨਾਂ ਦੀ ਐਨਰਜੀ ਮਿਨੀਮਮ ਹੋਵੇ। ਠੀਕ ਹੈ, ਸਟੇਬਿਲਿਟੀ ਮੇਨਟੇਨ ਹੋਵੇ। ਤਾਂ ਜਦੋਂ ਜਿਸ ਤਰ੍ਹਾਂ ਆਪਣੇ ਕੋਲ ਜੇ ਉਹਨਾਂ ਦੇ ਕੋਲ ਆਊਟਰ ਮੋਸਟ ਸ਼ੈੱਲ ਦੇ ਵਿੱਚ 1 ਜਾਂ 2 ਇਲੈਕਟ੍ਰੋਨ ਹੈ, ਤਾਂ ਉਹ ਜਾਂ ਮਤਲਬ ਆਊਟਰ ਮੋਸਟ ਸ਼ੈੱਲ ਦੇ ਵਿੱਚ 7 ਇਲੈਕਟ੍ਰੋਨ ਹੈ, ਤਾਂ ਉਹ 1 ਇਲੈਕਟ੍ਰੋਨ ਗੇਨ ਕਰਨਗੇ, ਐਨਰਜੀ ਰਿਲੀਜ਼ ਹੋਊਗੀ, ਤਾਂ ਐਨਰਜੀ ਮਿਨੀਮਮ ਹੋ ਜੂਗੀ। ਇਸੇ ਤਰ੍ਹਾਂ ਜੇ ਉਹਨਾਂ ਦੇ ਆਊਟਰ ਮੋਸਟ ਸ਼ੈੱਲ ਦੇ ਵਿੱਚ 1 ਜਾਂ 2 ਇਲੈਕਟ੍ਰੋਨ ਐਕਸਟਰਾ ਹੈਗੇ ਹੈ, ਤਾਂ ਉਹ ਕੀ ਕਰਨਗੇ, ਤਾਂ ਉਹ ਇਲੈਕਟ੍ਰੋਨ ਆਪਾਂ ਰਿਮੂਵ ਕਰਾਂਗੇ, ਤਾਂ ਦੈਟ ਵਿਲ ਅਟੇਨ stable atom. So to attain stability, to acquire minimum energy and to have 8 electrons in the outermost shell, these are the reasons for combining of atoms to form molecules. ਤਾਂ ਸਭ ਤੋਂ ਪਹਿਲਾਂ ਆਪਣੇ ਕੋਲ ਸਾਇੰਟਿਸਟ ਸੀਗੇ GN ਲਿਵਿਸ, ਅਮਰੀਕਨ ਸਾਇੰਟਿਸਟ ਸੀਗੇ। ਉਹਨਾਂ ਨੇ ਇਲੈਕਟ੍ਰੋਨਸ ਦੇ ਐਟਮ ਦੇ ਆਲੇ ਦੁਆਲੇ ਇਲੈਕਟ੍ਰੋਨਸ, ਵੇਲੈਂਸ ਇਲੈਕਟ੍ਰੋਨਸ ਨੂੰ ਰਿਪਰੈਜ਼ੈਂਟ ਕੀਤਾ ਡੋਟਸ ਦੇ ਫੋਰਮ ਦੇ ਵਿੱਚ। ਤਾਂ ਅਸੀਂ ਉਹਨੂੰ ਕਹਿੰਦੇ ਹਾਂ ਲਿਵਿਸ ਸਿੰਬਲਸ ਔਰ ਇਲੈਕਟ੍ਰੋਨ ਡੋਟ ਸਿੰਬਲ। ਠੀਕ ਹੈ, ਤਾਂ ਇਲੈਕਟ੍ਰੋਨ ਡੋਟ ਸਿੰਬਲ ਜਿਹੜੇ ਹੈਗੇ ਆ, ਜਿਸ ਤਰ੍ਹਾਂ ਆਪਣੇ ਕੋਲ ਸੈਕਿੰਡ ਪੀਰੀਅਡ 'ਤੇ ਆ ਜਾਓ। ਸੈਕਿੰਡ ਪੀਰੀਅਡ ਦੇ ਵਿੱਚ ਕਿਹੜੇ ਐਲੀਮੈਂਟ ਹੈਗੇ ਆ? ਲਿਥੀਅਮ, ਬਰੀਲੀਅਮ, ਬੋਰੋਨ, ਕਾਰਬਨ, ਨਾਈਟ੍ਰੋਜਨ, ਆਕਸੀਜਨ, ਫਲੋਰੀਨ, ਨੀਓਨ। ਤਾਂ ਲਿਥੀਅਮ 1s2 2s1 ਕਨਫੀਗਰੇਸ਼ਨ ਹੈ। ਆਊਟਰ ਮੋਸਟ ਸ਼ੈੱਲ ਦੇ ਵਿੱਚ 1 ਇਲੈਕਟ੍ਰੋਨ ਹੈ, ਅਤੇ ਆਪਾਂ ਲਿਥੀਅਮ ਦੇ ਉੱਪਰ 1 ਡੋਟ ਲਗਾ ਦਾਂਗੇ। ਠੀਕ ਹੈ, ਉਸ ਤੋਂ ਬਾਅਦ ਆਪਣੇ ਕੋਲ ਆ ਗਿਆ ਬਰੀਲੀਅਮ। ਬਰੀਲੀਅਮ ਦੀ ਕਨਫੀਗਰੇਸ਼ਨ ਕੀ ਹੈਗੀ ਆ? 1s2 2s2। ਤਾਂ 1s2 2s2, ਤਾਂ ਆਊਟਰ ਮੋਸਟ ਸੈਕਿੰਡ ਸ਼ੈੱਲ ਦੇ ਵਿੱਚ 2 ਇਲੈਕਟ੍ਰੋਨ ਹੈ, ਤਾਂ ਆਪਾਂ 2 ਇਲੈਕਟ੍ਰੋਨ ਰਿਪਰੈਜ਼ੈਂਟ ਕਰਾਂਗੇ ਬਰੀਲੀਅਮ ਦੇ, 1 ਉੱਪਰ ਇਲੈਕਟ੍ਰੋਨ, 1 ਨੀਚੇ ਇਲੈਕਟ੍ਰੋਨ। BE ਇਹਦਾ ਸਿੰਬਲ ਹੈ। ਥਰਡ ਆਪਣੇ ਕੋਲ ਆ ਗਿਆ, ਥਰਡ ਐਲੀਮੈਂਟ ਹੈਗਾ ਬੋਰੋਨ। ਬੋਰੋਨ ਦਾ 1s2 2s2 2p1। ਤਾਂ ਸੈਕਿੰਡ ਸ਼ੈੱਲ ਦੇ ਵਿੱਚ, ਆਊਟਰ ਮੋਸਟ ਸ਼ੈੱਲ ਦੇ ਵਿੱਚ 3 ਇਲੈਕਟ੍ਰੋਨ ਆ ਗਏ, ਤਾਂ ਬੋਰੋਨ ਦੇ ਆਲੇ ਦੁਆਲੇ ਆਪਾਂ 3 ਇਲੈਕਟ੍ਰੋਨ ਡੋਟਸ ਨਾਲ ਰਿਪਰੈਜ਼ੈਂਟ ਕੀਤੇ ਹੋਏ ਆ। ਨੈਕਸਟ ਆ ਗਿਆ ਕਾਰਬਨ। ਕਾਰਬਨ 1s2 2s2 2p2। ਤਾਂ 4 ਇਲੈਕਟ੍ਰੋਨ ਆ ਗਏ ਕਾਰਬਨ ਦੇ ਆਲੇ ਦੁਆਲੇ, ਆਪਾਂ 4 ਇਲੈਕਟ੍ਰੋਨ ਰਿਪਰੈਜ਼ੈਂਟ ਕੀਤੇ ਹੋਏ ਆ। ਨਾਈਟ੍ਰੋਜਨ ਦੇ 5, ਆਕਸੀਜਨ ਦੇ 6। ਠੀਕ ਹੈ, 1s2 2s2 2p4, 6 ਇਲੈਕਟ੍ਰੋਨ ਹੋ ਗਏ ਸੈਕਿੰਡ ਸ਼ੈੱਲ ਦੇ ਵਿੱਚ। ਫਲੋਰੀਨ ਦੇ 7 ਹੋ ਗਏ। ਤਾਂ ਉਸ ਤੋਂ ਬਾਅਦ ਨੀਓਨ ਦੇ ਆਪਣੇ ਕੋਲ 8 ਇਲੈਕਟ੍ਰੋਨ, ਕੰਪਲੀਟ ਓਕਟੇਟ ਹੋ ਗਿਆ ਨੀਓਨ ਦਾ। ਤਾਂ ਇਸੇ ਤਰ੍ਹਾਂ ਥਰਡ ਪੀਰੀਅਡ 'ਤੇ ਆ ਜਾਓ। ਥਰਡ ਪੀਰੀਅਡ ਕੀ ਹੈਗਾ? ਥਰਡ ਪੀਰੀਅਡ ਦੇ ਵਿੱਚ ਆਪਣੇ ਕੋਲ ਹੈਗਾ ਸੋਡੀਅਮ, ਮੈਗਨੀਸ਼ੀਅਮ, ਐਲੂਮੀਨੀਅਮ, ਸਿਲੀਕੋਨ, ਫਾਸਫੋਰਸ, ਸਲਫਰ ਤੋਂ ਬਾਅਦ ਆਪਣੇ ਕੋਲ ਹੈਗਾ ਕਲੋਰੀਨ, ਆਰਗਨ। ਤਾਂ ਆਪਣੇ ਕੋਲ ਸਭ ਤੋਂ ਪਹਿਲਾਂ ਸੋਡੀਅਮ ਹੈ। ਸੋਡੀਅਮ ਦਾ ਐਟੋਮਿਕ ਨੰਬਰ 11 ਹੈ। ਆਊਟਰ ਮੋਸਟ ਸ਼ੈੱਲ 'ਚ 1 ਇਲੈਕਟ੍ਰੋਨ ਹੈ। ਮੈਗਨੀਸ਼ੀਅਮ ਦਾ 12 ਹੈ। 1s2 2s2 2p6 3s2।
फिर आ गया 3s2 तो बाद एलुमीਨੀਅਮ का की आ गया 3s2 3p1 तो 3 इलैक्ट्रॉन हो गए। इस तरह आप इलैक्ट्रॉन डॉट्स नाल रिप्रजेंट करांगे, इन्हूं आपां कहंदे आ लीविस सिंबल्स। तो ये अपने को लीविस सिंबल्स आ गए, ठीक है। तो उस तो बाद अपने को क्वेश्चन करने हैं राइट लीविस डॉट सिंबल्स फॉर द एटम्स ऑफ द फॉलोइंग एलिमेंट्स मैगनीशियम सोडियम बोरन ऑक्सीजन नाइट्रोजन ब्रोमीन। नैक्सट तुसी क्वेश्चन करना है सॉल्व लिथियम Li प्लस मतलब एक इलेक्ट्रॉन लॉस करता है, Cl नेगेटिव मतलब एक इलेक्ट्रॉन गेन कर लिया, O2 नेगेटिव मतलब 2 इलेक्ट्रॉन गेन कर ले, मैग्नीशियम 2 पॉजिटिव मतलब 2 इलेक्ट्रॉन लॉस करते एंड नाइट्रोजन N3 नेगेटिव मतलब 3 इलेक्ट्रॉन गेन कर ले। गेन करन ते नैगेटिव चार्ज आता है तो जे लॉस कर दिया तो पॉजिटिव चार्ज आता है। तो ये अपने को आ गया ऑक्टेट रूल हो गया। कि एटम्स आपस ਵਿੱਚ ਕੰਬਾਈਨ ਕਰਕੇ ਮੋਲੀਕਿਊਲਸ ਬਣਾਉਂਦੇ ਆ। ਇਹਦੇ ਵਿੱਚ ਆਪਣੇ ਕੋਲ ਫਿਰ ਬਹੁਤ ਸਾਰੀਆਂ ਥਿਊਰੀਜ਼ ਹੈਗੀਆਂ ਕਿ ਇਹ ਕੰਬਾਈਨ ਕਿਉਂ ਕਰਦੇ ਆ। ਤਾਂ ਜਿਹੜੀ ਹੁਣ ਤੁਹਾਡੀ ਲੇਟੈਸਟ ਚੱਲ ਰਹੀ ਹੈ ਥਿਊਰੀ, ਮੈਂ ਤੁਹਾਨੂੰ ਉਹ ਰਿਵਾਈਜ਼ ਇੱਕ ਵਾਰੀ ਕਰਾਉਂਗੀ, ਬਾਕੀ ਮੈਂ ਬਾਅਦ 'ਚ ਤੁਹਾਨੂੰ ਰਿਵਾਈਜ਼ ਕਰਾਉਂਗੀ। ਆਪਾਂ ਲੇਟੈਸਟ ਕਰਨੀ ਹੈਗੀ ਆ ਮੋਲੀਕੂਲਰ ਔਰਬਿਟਲ ਥਿਊਰੀ। ਮੋਲੀਕੂਲਰ ਔਰਬਿਟਲ ਥਿਊਰੀ ਕਰਨੀ ਹੈ, ਫਿਰ ਮੋਲੀਕੂਲਰ ਔਰਬਿਟਲ ਡਾਇਆਗ੍ਰਾਮਸ ਕਰਨੀ ਹੈ। ਤਾਂ ਮੋਲੀਕੂਲਰ ਔਰਬਿਟਲ ਥਿਊਰੀ ਕੀ ਹੈਗੀ ਆ ਕਿ ਐਟੋਮਿਕ ਔਰਬਿਟਲ ਜਿਸ ਦਾ 1s ਹੈ ਅਤੇ 1s ਹੈ, ਇਹ ਆਪਸ ਦੇ ਵਿੱਚ ਕੰਬਾਈਨ ਕਰਨਗੇ। ਤਾਂ ਆਪਸ ਵਿੱਚ ਕੰਬਾਈਨ ਕਰਕੇ ਇਹ ਮੋਲੀਕੂਲਰ ਔਰਬਿਟਲ ਬਣਾਉਣਗੇ। ਪਹਿਲਾਂ ਦੋਵੇਂ ਆਪਸ ਵਿੱਚ ਕੰਬਾਈਨ ਕਰਨਗੇ, ਫਿਰ ਇੱਕ ਆਪਣੇ ਕੋਲ ਇਹ ਦੋ ਵੇਜ਼ ਦੇ ਨਾਲ ਕੰਬਾਈਨ ਕਰ ਸਕਦੇ ਆ, ਬਾਈ ਐਡੀਸ਼ਨ ਅਤੇ ਬਾਈ ਸਬਟਰੈਕਸ਼ਨ। ਜੇ ਬਾਈ ਐਡੀਸ਼ਨ ਕੰਬਾਈਨ ਕਰਦੇ ਆ ਤਾਂ ਜਿਹੜਾ ਮੋਲੀਕੂਲਰ ਔਰਬਿਟਲ ਬਣੂਗਾ ਉਹ ਵੱਡੇ ਸਾਈਜ਼ ਦਾ ਬਣੂਗਾ, ਅਸੀਂ ਉਹਨੂੰ ਕਹਾਂਗੇ ਬੌਂਡਿੰਗ ਮੋਲੀਕੂਲਰ ਔਰਬਿਟਲ ਪਲੱਸ ਦੇ ਨਾਲ ਬਣੂਗਾ, ਠੀਕ ਹੈ। ਇਹ ਆ ਗਿਆ 1s ਅਤੇ 1s ਕੰਬਾਈਨ ਕੀਤੇ ਐਟੋਮਿਕ ਔਰਬਿਟਲ 2। ਤਾਂ ਆਪਣੇ ਕੋਲ ਜੇ 2 ਐਟੋਮਿਕ ਔਰਬਿਟਲ ਕੰਬਾਈਨ ਕੀਤੇ ਆ ਤਾਂ ਮੋਲੀਕੂਲਰ ਔਰਬਿਟਲ ਵੀ 2 ਬਣਨਗੇ। ਇੱਕ ਬੌਂਡਿੰਗ ਮੋਲੀਕੂਲਰ ਔਰਬਿਟਲ ਬਣ ਜੂਗਾ ਅਤੇ ਦੂਸਰੇ ਵੇ ਸਬਟਰੈਕਸ਼ਨ ਨਾਲ ਕੰਬਾਈਨ ਕਰਨਗੇ ਤਾਂ ਇਹ ਆਪਣੇ ਕੋਲ ਕੀ ਬਣ ਜੂਗੇ ਐਂਟੀ ਬੌਂਡਿੰਗ ਮੋਲੀਕੂਲਰ ਔਰਬਿਟਲ। ਜਦੋਂ ਬੌਂਡਿੰਗ ਬਣਨਗੇ ਤਾਂ ਸਿਗਮਾ 1s ਲਿਖਾਂਗੇ ਅਸੀਂ, ਜਦੋਂ ਇਹ ਸਬਟਰੈਕਸ਼ਨ ਨਾਲ ਕੰਬਾਈਨ ਕਰਨਗੇ ਤਾਂ ਅਸੀਂ ਇਹਨੂੰ ਕਹਾਂਗੇ ਐਂਟੀ ਬੌਂਡਿੰਗ ਸਿਗਮਾ ਸਟਾਰ 1s ਕਹਾਂਗੇ, ਠੀਕ ਹੈ। ਤਾਂ 1s 2 ਐਟੋਮਿਕ ਔਰਬਿਟਲ ਆਪਸ ਵਿੱਚ ਕੰਬਾਈਨ ਕੀਤੇ ਤਾਂ 2 ਹੀ ਮੋਲੀਕੂਲਰ ਔਰਬਿਟਲ ਬਣਨਗੇ, 2 ਹੀ 1s, ਇੱਕ ਸਿਗਮਾ 1s ਇੱਕ ਸਿਗਮਾ ਸਟਾਰ 1s, ਠੀਕ ਹੈ। ਤਾਂ ਤੁਸੀਂ ਆਹ ਕਰ ਲਿਓ, ਇੰਪੋਰਟੈਂਟ ਹੈ ਡਿਫਰੈਂਸ ਬਿਟਵੀਨ ਐਟੋਮਿਕ ਐਂਡ ਮੋਲੀਕੂਲਰ ਔਰਬਿਟਲ। ਐਟੋਮਿਕ ਅਤੇ ਮੋਲੀਕੂਲਰ ਔਰਬਿਟਲ ਦੇ ਵਿੱਚ ਕੀ ਡਿਫਰੈਂਸ ਹੁੰਦਾ ਹੈ।